ਲੋਕ ਇਹ ਕਹਿ ਰਹੇ ਨੇ ਜਿਹੜੇ ਵਿਰੋਧੀ ਨੇ ਉਹ ਕਹਿੰਦੇ ਜੀ ਇਹ ਤਾਂ ਜੀ ਇਸ ਤਰ੍ਹਾਂ ਹਥਿਆਰ ਰੱਖ ਕੇ ਜੀ ਇਹਨਾਂ ਮਾਹੌਲ ਖਰਾਬ ਕਰਨ ਲੱਗਿਆ ਸੀ। ਪਰ ਪਿੰਡ ਵਾਲੇ ਕਿਸ ਤਰ੍ਹਾਂ ਦੇਖਦੇ ਆ ਜੀ ਜੋ ਉਸ ਦਿਨ ਘਟਨਾ ਹੋਈ ਸੀ? ਤੇ ਕਿਉਂਕਿ ਦੱਸਣ ਦੇ ਵਿੱਚ ਜਾਂ ਦੇਖਣ ਦੇ ਵਿੱਚ ਇਹ ਵੀ ਆਉਂਦਾ ਵੀ ਜਿਹੜੀਆਂ ਮਾਵਾਂ ਭੈਣਾਂ ਦੀਆਂ ਇੱਜ਼ਤ ਬਚਾਉਣ ਦੇ ਲਈ ਉਹਨਾਂ ਨੇ ਉਹ ਕਦਮ ਚੁੱਕਿਆ ਸੀ, ਤਾਂ ਤੁਸੀਂ ਉਹਨੂੰ ਕਿਵੇਂ ਵੇਖਦੇ? पूरा सो पहचानिए जो लड़े दीन के हेत पुरजा पुरजा कट मरे कब ना छाड़े खेत। उसने कुर्बानी की है भाई साहब। बहुत लोगों ने पैसे नाल मदद की आ, बहुत लोगों ने लंगरां नाल मदद की आ, परंतु ये जिहड़ी कुर्बानी आ हथ अपने मोहरे होकर अपना सिर दे देना, ये सिर नहीं कोई दे सकता इस चीज़ के वास्ते। ਜਦੋਂ ਬਹੁਤ ਸਾਰੇ ਲੋਕ ਹੁੰਦੇ ਨੇ ਜਾਂ ਬਹੁਤ ਸਾਰੇ ਅੰਦੋਲਨ ਵਿੱਚ ਅਜਿਹੇ ਲੋਕ ਦੇਖੇ ਨੇ ਜਿਹੜੇ ਸਾਨੂੰ ਕਹਿੰਦੇ ਵੀ ਸਾਡੀ ਇੰਟਰਵਿਊ ਕਰੋ, ਅਸੀਂ ਬੋਲਦੇ ਆ, ਉਹ ਬਹੁਤ ਜੋਸ਼ ਦੇ ਨਾਲ ਬੋਲਦੇ ਆ। ਹੋ ਸਕਦਾ ਉਹਦੇ ਵਿੱਚ ਕੁਝ ਲੋਕ ਸਿਰਫ ਆਪਣੀ ਪਬਲਿਸਿਟੀ ਭਾਲਦੇ ਹੋਣ, ਪਰ ਜਦੋਂ ਅਸੀਂ ਦੇਖਿਆ ਵੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਜਦੋਂ ਹੁਣ ਰਣਜੀਤ ਸਿੰਘ ਆਉਂਦੇ ਨੇ ਉਹ ਇਹ ਕਹਿੰਦੇ ਨੇ ਵੀ ਬਹੁਤ ਤਸ਼ੱਦਦ ਮੇਰੇ ਤੇ ਕੀਤਾ, ਪਰ ਮੈਂ ਗੁਰੂ ਦਾ ਜਾਪ ਕਰਦਾ ਰਿਹਾ, ਜਪਜੀ ਸਾਹਿਬ ਜੀ ਦੇ ਪਾਠ ਕਰਦਾ ਰਿਹਾ ਤੇ ਮੇਰੀ ਚੀਕ ਤੱਕ ਨਹੀਂ ਕਢਵਾ ਸਕੇ। ਤੇ ਇਹ ਕਿੱਡਾ ਵੱਡਾ ਸ਼ਬਦ ਹੈ, ਇੱਕ ਡੋਲਣਾ ਨਹੀਂ ਹੈ ਤੇ ਸੱਚਮੁੱਚ ਉਹ ਪ੍ਰਮਾਤਮਾ ਦੀ ਕਿਰਪਾ ਹੋਈ ਲੱਗਦੀ ਹੈ ਜੀ। ਜਦੋਂ ਉਹਦੀ ਮਾਤਾ ਨੇ ਕਹਿਣਾ ਵੀ ਠੰਡ ਬਹੁਤ ਹੈ, ਲੋਕਾਂ ਦਾ 2-2 ਰਜਾਈਆਂ ਲਈਆਂ ਵਾ, ਵੀ ਤੂੰ ਇਹ ਕੀ ਕਰਦਾ? ਉਹ ਕਹਿੰਦਾ ਸੀ ਆਪਣੀ ਮਾਂ ਨੂੰ ਵੀ ਤੁਸੀਂ ਉਸ ਬਾਰੇ ਸੋਚੋ, ਉਸ ਮਾਤਾ ਬਾਰੇ ਸੋਚੋ ਜਿਹੜੀ ਠੰਡੀ ਬੁਰਜ ਦੇ ਵਿੱਚ ਬੈਠੀ ਸੀ, ਉਹਨਾਂ ਬੱਚਿਆਂ ਬਾਰੇ ਸੋਚੋ ਜਿਹੜੇ ਠੰਡੇ ਬੁਰਜ ਦੇ ਵਿੱਚ ਬੈਠੀਆਂ ਸਨ। ਇੰਨੀ ਠੰਡੀ ਹਵਾ ਆਉਂਦੀ ਸੀ, ਸੀਨੇ ਨੂੰ ਚੀਰਦੀ ਜਾਂਦੀ ਸੀ, ਉਹਨਾਂ ਬਾਰੇ ਸੋਚੋ। ਇਦਾਂ ਦਾ ਉਹਦਾ ਸੁਭਾਅ ਸੀ। ਇਹ ਅਜਿਹੇ ਜਿਹਦਾ ਇਦਾਂ ਦਾ ਸੁਭਾਅ ਹੋਵੇ ਭਾਈ ਸਾਹਿਬ, ਉਹਨੂੰ ਇਹ ਕੁਰਬਾਨੀਆਂ ਇਹ ਦੇਣੀਆਂ ਕੁਰਬਾਨੀਆਂ ਕੋਈ ਬਹੁਤੀ ਔਖੀ ਨਹੀਂ। ਅਸੀਂ ਸਾਡਾ ਪਿੰਡ ਤਾਂ ਜਿੱਦਾਂ ਕਹਿੰਦੇ ਨੇ ਅੱਡੀਆਂ ਭਰ ਹੋਇਆ ਵਾ, ਨੱਚਣ ਨੂੰ ਤਿਆਰ ਆ ਵੀ ਸਾਡਾ ਯੋਧਾ ਆਵੇ। ਚੱਕ ਲਿਆ ਤਾਂ ਹੱਥਾਂ ਦੇ ਸਰਸਾ ਜੇ ਬਹੁਤ ਕਿਰਪਾ ਹੋ ਜੂਗੀ ਜੇ ਸਰਸਾ ਸਾਹਿਬ ਵੀ ਸਾਡੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਬਹੁਤ ਨੀਵੇਂ ਲੈਵਲ ਦੇ ਵਿੱਚ ਆ ਜਾਣ। ਠੀਕ ਹੈ, ਸਰਸਾ ਸਾਹਿਬ ਨੇ ਕੁਰਬਾਨੀ ਕੀਤੀ ਆ, ਵੋਟ ਜਾਊਗੀ ਵੀ ਉਹਨੂੰ। ਜੇ ਆਊਗਾ ਤਾਂ ਵੋਟ ਜਾਊਗੀ ਵੀ, ਕਾਜਮਪੁਰ ਦੀ ਤਾਂ ਜਾਊਗੀ ਉਹਨੂੰ ਵੋਟ। ਰਣਜੀਤ ਸਿੰਘ ਦੀ ਰਿਹਾਈ ਹੋ ਚੁੱਕੀ ਹੈ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਹੋਰਾਂ ਦੇ ਨਾਲ ਰਣਜੀਤ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ ਨੇ, ਜਿੱਥੇ ਉਹਨਾਂ ਦੇ ਨਾਲ ਉਹਨਾਂ ਦਾ ਪਰਿਵਾਰ ਵੀ ਹੈ। ਤੇ ਅਸੀਂ ਇਸ ਵੇਲੇ ਪਿੰਡ ਕਾਜਮਪੁਰ ਵਿਖੇ ਖੜੇ ਹਾਂ। ਕਾਜਮਪੁਰ ਪਿੰਡ ਭਾਈ ਰਣਜੀਤ ਸਿੰਘ ਦਾ ਪਿੰਡ ਹੈ ਤੇ ਨਵਾਂ ਸ਼ਹਿਰ ਦਾ ਇਹ ਪਿੰਡ ਹੈਗਾ ਹੈ। ਤੇ ਇਸ ਵੇਲੇ ਸਾਡੇ ਨਾਲ ਪਿੰਡ ਦੀ ਪੰਚਾਇਤ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਮੈਂਬਰ ਖੜੇ ਨੇ। ਅਸੀਂ ਗੱਲਬਾਤ ਕਰਦੇ ਹਾਂ ਕਿ ਕਿਵੇਂ ਦੀਆਂ ਤਿਆਰੀਆਂ ਨੇ, ਕਿਉਂਕਿ ਦੁਨੀਆ ਭਰ ਦੇ ਵਿੱਚ ਸਿੱਖ ਨੌਜਵਾਨ ਰਣਜੀਤ ਸਿੰਘ ਨੂੰ ਵੇਖਿਆ ਜਾ ਰਿਹਾ ਹੈ ਤੇ ਉਹਨਾਂ ਦਾ ਜਿੱਥੇ ਦੁਨੀਆ ਭਰ ਤੋਂ ਸਵਾਗਤ ਕੀਤਾ ਜਾ ਰਿਹਾ ਹੈ, ਉਹਨਾਂ ਦੇ ਲਈ ਵੱਖ-ਵੱਖ ਤਰ੍ਹਾਂ ਦੇ ਐਲਾਨ ਹੋ ਰਹੇ ਨੇ। ਉੱਥੇ ਪਿੰਡ ਵਾਲਿਆਂ ਵੱਲੋਂ ਕਿਵੇਂ ਦੀਆਂ ਤਿਆਰੀਆਂ ਨੇ, ਕਿਉਂਕਿ ਆਉਣ ਵਾਲੀ 20 ਤਰੀਕ ਦੱਸੀ ਜਾ ਰਹੀ ਹੈ ਵੀ ਉਹਨਾਂ ਨੇ ਪਿੰਡ ਦੇ ਵਿੱਚ ਪਹੁੰਚਣਾ। ਹੁਣ ਅੰਮ੍ਰਿਤਸਰ ਤੋਂ ਫਿਰ ਦਿੱਲੀ ਲਈ ਜਾਣਗੇ, ਦਿੱਲੀ ਤੋਂ ਫਿਰ ਇੱਥੇ ਪਿੰਡ 'ਚ ਆਉਣਗੇ। ਤੇ ਪਿੰਡ ਦੀ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਵੇਂ ਦੀਆਂ ਤਿਆਰੀਆਂ ਕੀਤੀਆਂ, ਗੱਲਬਾਤ ਕਰਦੇ ਹਾਂ। ਸਰਪੰਚ ਸਾਹਿਬ ਸਾਡੇ ਨਾਲ ਨੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਰਪੰਚ ਸਾਹਿਬ ਨਾਮ ਦੱਸੋ ਪਹਿਲੇ ਆਪਣਾ। ਮੇਰਾ ਰਘਵੀਰ ਸਿੰਘ ਹੈ ਜੀ। ਸਰਦਾਰ ਰਘਵੀਰ ਸਿੰਘ ਜੀ, ਨੌਜਵਾਨ ਦੀ ਜ਼ਮਾਨਤ ਹੁੰਦੀ ਹੈ, ਉਹਨੂੰ ਕਿਵੇਂ ਵੇਖਦੇ ਤੁਸੀਂ? ਪਹਿਲਾਂ ਤਾਂ ਬਹੁਤ ਚੰਗਾ ਕਰਦੇ, ਜ਼ਮਾਨਤ ਹੋ ਗਈ, ਸਾਡੇ ਪਿੰਡ ਦਾ ਸੀਗਾ। ਬਹੁਤ ਸ਼ੁਕਰੀਆ ਸਰਸੇ ਵਾਲੇ ਦਾ ਵੀ ਅਸੀਂ ਕਰਦੇ ਆ ਜਿਹਨੀ ਜ਼ਮਾਨਤ ਕਰਾਈ ਹੈ ਇੱਥੇ। ਉਹਦੇ ਆਉਣ ਤੇ ਰਣਜੀਤ ਸਿੰਘ ਆਉਣ ਤੇ ਵੀ ਸਾਡੇ ਪਿੰਡ ਵੱਲੋਂ, ਪੰਚਾਇਤ ਵੱਲੋਂ, ਗੁਰਦੁਆਰੇ ਕਮੇਟੀ ਵੱਲੋਂ ਨਿੱਘਾ ਸਵਾਗਤ ਵਾ। ਆਉਣ ਵਾਲੇ ਉਹਦੇ ਨਾਲ ਆਏ ਉਹਨਾਂ ਦਾ ਵੀ ਸਵਾਗਤ ਕਰਾਂਗੇ। ਕਿਵੇਂ ਦੀਆਂ ਤਿਆਰੀਆਂ ਨੇ ਸਵਾਗਤ ਨੂੰ ਲੈ ਕੇ? ਕਿਉਂਕਿ ਸਿਰਫ ਰਣਜੀਤ ਸਿੰਘ ਨਹੀਂ, ਰਣਜੀਤ ਸਿੰਘ ਹੋਰਾਂ ਦੇ ਨਾਲ ਹਜ਼ਾਰਾਂ ਦੀ ਗਿਣਤੀ 'ਚ ਇਕੱਠ ਹੋਊਗਾ, ਤਾਂ ਉਹਨਾਂ ਦੇ ਲਈ ਕਿਵੇਂ ਦਾ ਪ੍ਰੋਗਰਾਮ ਉਲੀਕਿਆ ਗਿਆ ਜੀ? ਉਹਨਾਂ ਦਾ ਚਾਹ ਪਾਣੀ ਪਕੌੜਾ ਜੋ ਵੀ ਚੀਜ਼ ਹੋਊਗੀ ਉਹਦੀ ਆਉਣ ਦੀ ਆਤ ਭਗਤ ਸੇਵਾ ਕਰਾਂਗੇ। ਲੰਗਰ ਪ੍ਰਸ਼ਾਦਾ ਜਾਨੀ ਕਿ ਫੁੱਲਾਂ ਨਾਲ ਵਰਖਾ? ਫੁੱਲਾਂ ਨਾਲ ਵਰਖਾ। ਤੇ ਕੋਈ ਦੀਵਾਨ ਵੀ ਮਤਲਬ ਕਿ ਕੋਈ ਅਲੱਗ ਤੋਂ ਕੋਈ ਟੈਂਟ ਵਗੈਰਾ ਵੀ ਲਾ ਰਹੇ ਹੋ ਜੀ? ਕੋਈ ਲਗਾਵਾਂਗੇ। ਤੇ ਜਦੋਂ ਪਤਾ ਲੱਗਦਾ ਉਦੋਂ ਮਾਹੌਲ ਕਿਵੇਂ ਦਾ ਰਹਿੰਦਾ, ਜਦੋਂ ਪਤਾ ਲੱਗਿਆ ਵੀ ਜ਼ਮਾਨਤ ਜਿਹੜੀ ਉਹਨਾਂ ਦੀ ਹੋ ਗਈ ਹੈ ਜੀ? ਬਹੁਤ ਖੁਸ਼ੀ ਦਾ ਹੋਇਆ, ਬਹੁਤ ਖੁਸ਼ੀ ਹੋਈ ਪਿੰਡ ਨਗਰ ਨਿਵਾਸੀਆਂ ਨੂੰ ਜਦ ਜ਼ਮਾਨਤ ਉਹਦੀ ਸੁਣੀ ਆ, ਸਾਰੇ ਨਗਰ ਨੂੰ ਖੁਸ਼ੀ ਹੋਈ ਆ। ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਜਿਹੜੇ ਵਿਰੋਧੀ ਨੇ, ਉਹ ਕਹਿੰਦੇ ਜੀ ਇਹ ਤਾਂ ਜੀ ਇਸ ਤਰ੍ਹਾਂ ਹਥਿਆਰ ਰੱਖ ਕੇ ਜੀ ਇਹਨਾਂ ਮਾਹੌਲ ਖਰਾਬ ਕਰਨ ਲੱਗਿਆ ਸੀ। ਪਰ ਪਿੰਡ ਵਾਲੇ ਕਿਸ ਤਰ੍ਹਾਂ ਦੇਖਦੇ ਆ ਜੀ ਜੋ ਉਸ ਦਿਨ ਘਟਨਾ ਹੋਈ ਸੀ? ਤੇ
ਕਿਉਂਕਿ ਦੱਸਣ ਦੇ ਵਿੱਚ ਜਾਂ ਦੇਖਣ ਦੇ ਵਿੱਚ ਇਹ ਵੀ ਆਉਂਦਾ ਹੈ ਬਈ ਜਿਹੜੀਆਂ ਮਾਵਾਂ ਭੈਣਾਂ ਦੀਆਂ ਇੱਜ਼ਤ ਬਚਾਉਣ ਦੇ ਲਈ ਉਹਨਾਂ ਨੇ ਉਹ ਕਦਮ ਚੁੱਕਿਆ ਸੀ, ਤਾਂ ਤੁਸੀਂ ਉਹਨੂੰ ਕਿਵੇਂ ਵੇਖਦੇ? ਅਸੀਂ ਤਾਂ ਬਹੁਤ ਚੰਗਾ ਚਾਹੁੰਦੇ ਉਹਨੇ। ਦੇਖੋ ਕਿਸਾਨੀ ਸੰਘਰਸ਼ ਦੇ ਵਿੱਚ ਮਾਵਾਂ ਧੀਆਂ ਦੀ ਔਰਤ ਬਤਾਈ ਹੈ, ਸਰਕਾਰੀ ਸੰਘਰਸ਼ ਨੂੰ ਵੀ ਉੱਚਾ ਚੱਕਿਆ, ਉਹਦੀ ਖਾਤਰ ਕੁਰਬਾਨੀ ਦਿੱਤੀ ਆ ਉਹਨੇ। ਤੇ ਤੁਹਾਡਾ ਕੀ ਨਾਮ ਹੈ ਸਰ? ਸੁਰਿੰਦਰ ਸਿੰਘ ਜੀ ਮੇਰਾ ਨਾਮ ਜੀ। ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ? ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੈਕਟਰੀ ਹਾਂ ਜੀ। ਅੱਛਾ ਜੀ। ਤੇ ਉੱਦਾਂ ਵੀ ਮੁਲਾਜ਼ਮ ਮੈਂ ਜਲਵਾਹਾ ਕੋਆਪਰੇਟਿਵ ਸੋਸਾਇਟੀ ਦਾ ਸੈਕਟਰੀ ਹਾਂ। ਜੀ ਜੀ ਜੀ। ਤੇ ਸਭ ਤੋਂ ਪਹਿਲਾਂ ਅਕਾਲ ਪੁਰਖ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਕਿ ਸਾਡੇ ਕਾਜਮਪੁਰ ਨੂੰ ਜਿਹੜਾ ਇਸ ਬੱਚੇ ਨੇ ਮਾਣ ਬਖਸ਼ਿਆ ਹੈ। ਤੇ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬ ਨਾ ਛੱਡੇ ਖੇਤ। ਉਸ ਨੇ ਕੁਰਬਾਨੀ ਕੀਤੀ ਆ ਭਾਈ ਸਾਹਿਬ। ਤੇ ਐਦਾਂ ਦੀ ਕੁਰਬਾਨੀ ਕੋਈ ਨਹੀਂ, ਕਿਉਂਕਿ ਜਿਸ ਅਬਲਾ ਦੇ ਉੱਤੇ ਪਹਿਲਾਂ ਤੇ ਜ਼ੁਲਮ ਹੁੰਦੇ ਆਏ ਆ ਬੀਬੀਆਂ ਮਾਵਾਂ ਭੈਣਾਂ ਦੇ ਉੱਤੇ, ਇਹ ਹੁਣ ਵੀ ਜ਼ੁਲਮ ਹੋ ਰਿਹਾ ਹੈ। ਉਹ ਬੀਬੀਆਂ ਤਾਂ ਸਾਡੇ ਨਾਲ ਇਹ ਜੋ ਕਾਨੂੰਨ ਗਲਤ ਬਣੇ ਆ ਸਰਕਾਰ ਨੇ ਬਣਾਏ ਆ ਥੱਲੇ ਲਾਉਣ ਵਾਸਤੇ ਕਿਸਾਨਾਂ ਨੂੰ ਜਾਂ ਮਜ਼ਦੂਰਾਂ ਨੂੰ ਤੇ ਹੋਰ ਵੀ ਮਹਿਕਮਿਆਂ ਨੂੰ, ਸਾਰਿਆਂ ਨੂੰ ਜੋ ਕਾਰੋਬਾਰ ਵਾਲੇ ਆ ਸਾਰੇ ਥੱਲੇ ਲੱਗਣੇ ਇਹਦੇ ਵਿੱਚ। ਉਹਨਾਂ ਦੇ ਸੰਘਰਸ਼ ਦੇ ਵਿੱਚ ਬੀਬੀਆਂ ਨੇ ਵੀ ਬਹੁਤ ਸਾਥ ਦਿੱਤਾ ਹੈ। ਔਰ ਤੁਸੀਂ ਦੇਖਿਆ ਵੀ 26 ਦਾ ਕਿਸ ਤਰ੍ਹਾਂ ਵਾਪਰਿਆ, ਉਹ ਤੇ ਬਾਅਦ ਹਿੱਲ ਗਿਆ ਸੀ ਸਾਰਾ ਕੁਝ। ਤੇ ਫਿਰ ਸਾਨੂੰ ਜਿਹੜੇ ਸਾਡੇ ਲੋਕ ਸੀਗੇ ਬਹੁਤੇ ਵਾਪਸ ਵੀ ਆ ਗਏ ਸੀਗੇ। ਜਿਹੜੀਆਂ ਸਾਡੀਆਂ ਬੀਬੀਆਂ ਵੈਸੇ ਉੱਥੇ ਕੰਜਰਾਂ ਨੇ ਗੁੰਡਿਆਂ ਨੇ ਜਿਹੜਾ ਸਿਸਟਮ ਬਣਾਇਆ ਸੀ, ਉਹ ਬੀਬੀਆਂ ਦੀ ਇੱਜ਼ਤ ਨੂੰ ਹੱਥ ਪਾਉਣ ਵਾਸਤੇ ਬਣਾਇਆ ਸੀ। ਇਹ ਬੱਚੇ ਦੀ ਬਹੁਤ ਭਾਈ ਰਣਜੀਤ ਸਿੰਘ ਦੀ ਅਸੀਂ ਤਾਂ ਬਹੁਤ ਵੱਡੀ ਕੁਰਬਾਨੀ ਸਮਝਿਆ ਕਿ ਸਾਡਾ ਜਿਹੜਾ ਪਿੰਡ ਕਾਜਮਪੁਰ ਹੈ ਨਵਾਂ ਸ਼ਹਿਰ ਦੇ ਵਿੱਚ ਪੈਂਦਾ, ਇਹ ਵਰਲਡ ਲੈਵਲ ਤੋਂ ਉੱਚਾ ਚੱਕ ਦਿੱਤਾ। ਕਿਉਂਕਿ ਪੁਰਾਤਨ ਜ਼ਮਾਨੇ ਵਿੱਚ ਵੀ ਸਿੱਖਾਂ ਨੇ ਇਦਾਂ ਹੀ ਕੁਰਬਾਨੀਆਂ ਕੀਤੀਆਂ। ਜਦੋਂ ਅਬਦਾਲੀ ਵੀ ਚੜ੍ਹ ਕੇ ਆਉਂਦਾ ਸੀ, ਸਾਡੀਆਂ ਇਸਤਰੀਆਂ ਨੂੰ ਲੈ ਕੇ ਜਾਂਦਾ ਸੀ, ਬੀਬੀਆਂ ਨੂੰ, ਸਾਡੇ ਭੈਣਾਂ ਨੂੰ ਜਾਂ ਹੋਰ ਇਸਤਰੀਆਂ ਨੂੰ ਲੈ ਕੇ ਜਾਂਦਾ ਸੀ ਲੁੱਟਣ ਵਾਸਤੇ। ਤੇ ਸਿੱਖ ਹੀ ਜੰਗਲਾਂ ਦੇ ਵਿੱਚੋਂ ਆ ਕੇ ਉਹਨਾਂ ਦਾ ਮੁਕਾਬਲਾ ਕਰਦੇ ਸਨ। ਤੇ ਉਹੀ ਜੋ ਇਤਿਹਾਸ ਹੈ ਇਹ ਭਾਈ ਰਣਜੀਤ ਸਿੰਘ ਨੇ ਸਾਨੂੰ ਯਾਦ ਤਾਜ਼ਾ ਕਰਵਾ ਦਿੱਤਾ ਹੈ ਕਿ ਇੱਕ ਇਸਤਰੀਆਂ ਦੀ ਇੱਜ਼ਤ ਵਾਸਤੇ ਜਾਂ ਸੰਘਰਸ਼ ਵਿੱਚ ਕਿੱਦਾਂ ਕੁਰਬਾਨੀ ਕੀਤੀ ਜਾ ਸਕਦੀ। ਬਹੁਤ ਲੋਕਾਂ ਨੇ ਪੈਸੇ ਨਾਲ ਮਦਦ ਕੀਤੀ ਆ, ਬਹੁਤ ਲੋਕਾਂ ਨੇ ਲੰਗਰਾਂ ਨਾਲ ਮਦਦ ਕੀਤੀ ਆ, ਪਰੰਤੂ ਇਹ ਜਿਹੜੀ ਕੁਰਬਾਨੀ ਆ ਹੱਥ ਆਪਣੇ ਮੋਹਰੇ ਹੋ ਕੇ ਆਪਣਾ ਸਿਰ ਦੇ ਦੇਣਾ, ਇਹ ਸਿਰ ਨਹੀਂ ਕੋਈ ਦੇ ਸਕਦਾ ਇਸ ਚੀਜ਼ ਦੇ ਵਾਸਤੇ। ਇਹਨਾਂ ਨੇ ਸਿਰ ਦਿੱਤਾ, ਆਪਣਾ ਸਿਰੇ ਦਿੱਤਾ ਜੀ। ਜ਼ੁਲਮ ਹੋਇਆ, ਇਹ ਕੋਈ ਬੱਸ ਦੀ ਗੱਲ ਨਹੀਂ, ਚਲੋ ਕੁਦਰਤੀ ਹੈ ਜੀ, ਜ਼ਿੰਦਗੀ 'ਚ ਵਾਧਾ ਸੀਗਾ ਉਹਦੇ, ਪਰੰਤੂ ਕਸਰ ਨਹੀਂ ਛੱਡੀ ਹੈ ਗੁੰਡਿਆਂ ਨੇ, ਕਸਰ ਨਹੀਂ ਛੱਡੀ ਉਹਨੂੰ ਮਾਰਨੇ ਦੀ। ਮਰ ਵੀ ਸਕਦਾ ਸੀ, ਇਹ ਕੁਰਬਾਨੀ ਕਰਦੀ ਆ। ਇਸ ਕਰਕੇ ਸਤਿਗੁਰਾਂ ਦੀ ਜਤੋਖਾ ਸੂਰਾ ਸੋ ਪਹਿਚਾਨੀਏ ਲੜੈ ਜੋ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬ ਨਾ। ਉਸਨੇ ਖੇਤ ਨਹੀਂ ਛੱਡਿਆ ਹੈ, ਮੈਦਾਨ ਦੇ ਵਿੱਚ ਉਹ ਡਟ ਕੇ ਲੜਿਆ ਹੈ। ਬਾਕੀ ਉਤਸ਼ਾਹ ਹੈ ਜੋ ਸਾਡੇ ਨਗਰ ਦਾ, ਕਿਉਂਕਿ ਜਦੋਂ ਪਤਾ ਲੱਗਾ ਪਹਿਲਾਂ ਵੀ ਉਤਸ਼ਾਹ ਬਹੁਤ ਸੀਗੀ ਵੀ ਸਾਡਾ ਜਿਹੜਾ ਨਾਂ ਹੈ ਕਾਜਮਪੁਰ ਦਾ, ਜਿਹੜਾ ਕਿ ਪਤਾ ਹੀ ਨਹੀਂ ਕਿਸੇ ਨੂੰ ਵੀ ਇਹ ਬੇੜ ਦੇ ਵਿੱਚ ਕਿੱਥੇ ਕਾਜਮਪੁਰ ਹੈ। ਤੇ ਇੱਕ ਵਰਲਡ ਲੈਵਲ ਤੇ ਸਾਨੂੰ ਵੀ ਆਉਂਦੇ ਟੈਲੀਫੋਨ, ਸਾਡੇ ਰਿਸ਼ਤੇਦਾਰ, ਸਾਡੇ ਮਿੱਤਰ ਦੋਸਤ ਬਹੁਤ ਬਾਹਰ ਫੋਰਨ ਕੰਟਰੀ ਵਿੱਚ ਬੈਠੇ, ਉਹਨਾਂ ਦੇ ਬਹੁਤ ਫੋਨ ਆਉਂਦੇ ਰਹੇ ਆ ਕਿ ਕਿਸ ਤਰ੍ਹਾਂ ਕੁਰਬਾਨੀ ਹੋਈ ਆ, ਤੁਸੀਂ ਕਿੱਦਾਂ ਆ। ਅਸੀਂ ਕਿਹਾ ਸਾਡੇ ਚਾਹੇ ਇਸ ਵੇਲੇ ਉਹ ਪੁਲਿਸ ਦੀ ਹਿਰਾਸਤ ਵਿੱਚ ਹੈ, ਚਾਹੇ ਉਸ 'ਤੇ ਦੇਸ਼ ਦਰੋਹ ਦਾ ਲੱਗ ਗਿਆ ਹੈ, ਉਹਦੇ ਉੱਤੇ ਕੇਸ ਪਾ ਦਿੱਤਾ ਹੈ, ਚਾਹੇ ਦਫਾ 302 ਦਾ ਪਾ ਦਿੱਤਾ ਹੈ, ਜਾਂ ਕੁਛ ਵੀ ਹੈ ਕਤਲ ਇਰਾਦੇ ਦਾ ਪਾ ਦਿੱਤਾ ਹੈ, ਪਰੰਤੂ ਅਸੀਂ ਉਸ ਦੇ ਨਾਲ ਖੜੇ ਹਾਂ ਸਾਰੇ ਕਾਜਮਪੁਰ ਨਿਵਾਸੀ, ਤੇ ਅਸੀਂ ਵੱਧ ਤੋਂ ਵੱਧ ਉਹਦਾ ਸਾਥ ਦੇਵਾਂਗੇ। ਹੁਣ ਬੜੀ ਖੁਸ਼ੀ ਆ, ਬਹੁਤ ਬਹੁਤ ਧੰਨਵਾਦ ਹੈ ਸਿਰਸਾ ਸਾਹਿਬ ਜੀ ਦਾ, ਜਿਸ ਨੇ ਬਹੁਤ ਪੰਜਾਬ ਦੇ ਲਈ, ਪੂਰੇ ਪੰਜਾਬ ਲਈ ਉਸਨੇ ਕੁਰਬਾਨੀ ਕੀਤੀ। ਇੱਕ ਬੰਦਾ ਨਹੀਂ ਛਡਾਇਆ ਹੈ, ਬਹੁਤ ਬੰਦੇ ਉਸਨੇ ਆਪਣੇ ਉਤਸ਼ਾਹ ਦੇ ਨਾਲ, ਆਪਣੇ ਯਤਨਾਂ ਦੇ ਨਾਲ, ਆਪਣੇ ਵਕੀਲ ਕਰਕੇ ਤੇ ਉਸਨੇ ਸਾਰੇ ਜੋ ਛਡਾਏ ਹਨ। ਤੇ ਇਸ ਦੇ ਉੱਤੇ ਬਹੁਤ ਵੱਡੇ ਕੇਸ ਸਨ। ਇਹ ਤਾਂ ਬਹੁਤ ਹੀ ਵੱਡੀ ਸਿਰਸਾ ਸਾਹਿਬ ਦੀ ਕੁਰਬਾਨੀ ਹੈ, ਜਿਸ ਨੇ ਕਿ ਇਸ ਦਾ ਸਾਰਾ ਨਗਰ ਨਿਵਾਸੀ ਕੋਟਨ ਕੋਟ ਧੰਨਵਾਦ ਕਰਦੇ ਹਾਂ ਉਸਦਾ, ਕਿ ਜਿਸ ਨੇ ਇੰਨਾ ਕੁਛ ਸਾਡੇ ਬੱਚੇ ਵਾਸਤੇ ਕੀਤਾ ਹੈ। ਬਾਕੀ ਹੁਣ ਇੱਕ ਭਾਈ ਸਾਹਿਬ ਮੈਂ ਵੀ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਕਿ ਜਦੋਂ ਬਹੁਤ ਸਾਰੇ ਲੋਕ ਹੁੰਦੇ ਨੇ ਜਾਂ ਬਹੁਤ ਸਾਰੇ ਅੰਦੋਲਨ ਵਿੱਚ ਅਜਿਹੇ ਲੋਕ ਦੇਖੇ ਨੇ ਜਿਹੜੇ ਸਾਨੂੰ ਕਹਿੰਦੇ ਵੀ ਸਾਡੀ ਇੰਟਰਵਿਊ ਕਰੋ, ਅਸੀਂ ਬੋਲਦੇ ਆ, ਉਹ ਬਹੁਤ ਜੋਸ਼ ਦੇ ਨਾਲ ਬੋਲਦੇ ਆ। ਹੋ ਸਕਦਾ ਉਹਦੇ ਵਿੱਚ ਕੁਝ ਲੋਕ ਸਿਰਫ ਆਪਣੀ ਪਬਲਿਸਿਟੀ ਭਾਲਦੇ ਹੋਣ, ਪਰ ਜਦੋਂ ਅਸੀਂ ਦੇਖਿਆ ਵੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਾਂਦਾ, ਤੇ ਜਦੋਂ ਹੁਣ ਰਣਜੀਤ ਸਿੰਘ ਆਉਂਦੇ ਨੇ, ਉਹ ਇਹ ਕਹਿੰਦੇ ਨੇ ਵੀ ਬਹੁਤ ਤਸ਼ੱਦਦ ਮੇਰੇ ਤੇ ਕੀਤਾ, ਪਰ ਮੈਂ ਗੁਰੂ ਦਾ ਜਾਪ ਕਰਦਾ ਰਿਹਾ, ਜਪਜੀ ਸਾਹਿਬ ਜੀ ਦੇ ਪਾਠ ਕਰਦਾ ਰਿਹਾ, ਤੇ ਮੇਰੀ ਚੀਕ ਤੱਕ ਨਹੀਂ ਕਢਵਾ ਸਕੇ। ਤੇ ਇਹ ਕਿੱਡਾ ਵੱਡਾ ਸ਼ਬਦ ਹੈ, ਇੱਕ ਡੋਲਣਾ ਨਹੀਂ ਹੈ, ਤੇ ਸੱਚਮੁੱਚੋਂ ਪ੍ਰਮਾਤਮਾ ਦੀ ਕਿਰਪਾ ਹੋਈ ਲੱਗਦੀ ਹੈ ਜੀ। ਹਾਂ ਇਹ ਤਾਂ ਕਿਰਪਾ ਹੈ, ਕਿਉਂਕਿ ਮੈਂ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਂ ਨੌਕਰੀ ਵੀ ਕਰਦਾ, ਨਾਲ ਗ੍ਰੰਥੀ ਪਾਠੀ ਸਿੰਘ ਵੀ ਹਾਂ, ਪਾਠ ਵੀ ਕਰਦਾ। ਕਿਉਂਕਿ ਉਹ ਬਚਪਨ ਦੇ ਨਾਲ ਜਿਸ ਤਰ੍ਹਾਂ ਅਸੀਂ ਸ੍ਰੀ ਅਖੰਡ ਪਾਠ ਸਾਹਿਬ ਰੱਖਦੇ ਹਾਂ, ਉਹ ਸਾਡੇ ਨਾਲ ਧੂਫ ਪੋਥੀ ਛੋਟੀ ਜਪਜੀ ਸਾਹਿਬ ਦੀ ਹੁੰਦੀ ਆ, ਉਹ ਸਾਡੇ ਨਾਲ ਛੋਟੀ ਉਮਰ ਦੇ ਵਿੱਚ ਪਾਠ ਵੀ ਕਰਦਾ ਰਿਹਾ। ਉਹਦੀ ਜਿਹੜੀ ਰੁਚੀ ਸੀਗੀ ਗੁਰਬਾਣੀ ਵੱਲ ਨੂੰ ਜ਼ਿਆਦਾ ਸੀਗੀ। ਅਸੀਂ ਹੁਣ ਮੇਰਾ ਲਾਗੇ ਗੁਰਦੁਆਰੇ ਦੇ ਘਰ ਆ, ਉਹ ਸਵੇਰੇ ਸ਼ਾਮ ਮੱਥਾ ਟੇਕਣਾ, ਤਾਂ ਵੀ ਉਹਦਾ ਮੈਂ ਸੁਭਾਅ ਦੇਖਦਾ ਸੀ ਕਿ ਆਮ ਬੱਚਿਆਂ ਵਾਲਾ ਨਹੀਂ ਸੀ।
ਤੇ ਮੱਥਾ ਟੇਕਣ ਆਇਆ ਤੇ 10 ਬੰਦੇ ਦੇ ਬਾਹਰ ਖੜ ਗਿਆ ਜਾਂ ਇੱਧਰ ਉੱਧਰ ਦੇਖਣ ਲੱਗ ਪਿਆ। ਇਦਾਂ ਦਾ ਸੁਭਾਅ ਨੂੰ ਕੁਦਰਤੀ ਇਹ ਚੀਜ਼ਾਂ ਜਿਹੜੀਆਂ ਜੀਵ ਦੇ ਵਿੱਚ ਪੈਦਾ ਹੁੰਦੀਆਂ, ਉਹ ਬਚਪਨ 'ਚ ਉਹਦੇ ਵਿੱਚ ਜੀਵ ਦੇ ਵਿੱਚ ਉਸ ਬੰਦੇ ਦੇ ਵਿੱਚ ਇਹ ਚੀਜ਼ਾਂ ਸੀਗੀਆਂ। ਅਸੀਂ ਸਾਡੇ ਨਾਲ ਵੀ ਉਹ ਰਿਹਾ ਆ, ਪਾਠ ਕਰਦਾ ਰਿਹਾ ਸਾਡੇ ਨਾਲ, ਜਪਜੀ ਸਾਹਿਬ ਦੀ ਪੋਥੀ ਪੜ੍ਹਦਾ ਸੀ। ਚਲੋ ਅਖੰਡ ਪਾਠ ਸਾਹਿਬ ਦਾ ਗੁਰਬਾਣੀ ਨਹੀਂ ਆਉਂਦੀ ਸੀ, ਜਪਜੀ ਸਾਹਿਬ ਦਾ ਪਾਠ ਹੁਣ ਤਾਂ ਪਾਠੀ ਵੀ ਸਿੰਘ ਬਣ ਗਿਆ ਸੀ। ਤੇ ਕੁਦਰਤ ਦੀ ਉਹਦੇ ਉੱਪਰ ਬਹੁਤ ਜਾਣੀ ਮਿਹਰ ਸੀਗੀ ਔਰ ਇਸ ਨੂੰ ਇਸ ਚੀਜ਼ਾਂ ਦਾ ਡਰ ਨਹੀਂ ਸੀ। ਕੁਦਰਤੀ ਵਿੱਚੋਂ ਇਹਨਾਂ ਚੀਜ਼ਾਂ ਦਾ ਵੀ ਮੇਰੇ ਉੱਤੇ ਤਸੱਦਦ ਹੋਵੇਗਾ, ਕਿਉਂਕਿ ਉਹਦਾ ਹੁਣ ਅਸੀਂ ਉਹਦੀ ਮਾਤਾ ਤੋਂ ਵੀ ਸੁਣਦੇ ਸੀ ਕਿ ਉਸ ਦਾ ਇਸ ਪਾਸੇ ਨੂੰ ਸ਼ਹੀਦੀਆਂ ਵੱਲੋਂ ਇੰਨਾ ਇੰਟਰਸਟ ਸੀ, ਦਿਲਚਸਪੀ ਸੀ। ਜਦੋਂ ਸਾਹਿਬਜ਼ਾਦਿਆਂ ਦਾ ਆਉਂਦਾ ਸੀ ਸ਼ਹੀਦੀ ਪੁਰਬ, ਉਹ ਮਹੀਨੇ ਵਿੱਚ ਇੱਕ ਆਮ ਜਨਤਾ ਦਾ 2-2 3-3 ਕੰਬਲ ਰਜਾਈਆਂ ਲੈ ਕੇ ਸੌਂਦੇ ਸੀ, ਪਰੰਤੂ ਉਹਦੀ ਮਾਤਾ ਦੱਸਦੀ ਹੈ ਵੀ ਜਿੰਨਾ ਚਿਰ ਉਹ ਚੱਲਦਾ ਸੀ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਾ ਪੁਰਬ, ਉਨਾ ਚਿਰ ਉਹ ਆਪਣੇ ਅੰਦਰ ਪੈਂਦਾ ਸੀ ਔਰ ਇੱਕ ਪਤਲੀ ਥੱਲੇ ਚਾਦਰ ਵਿਛਾਉਂਦਾ ਸੀ, ਇੱਕ ਪਤਲੀ ਉੱਪਰ ਚਾਦਰ ਉਹ ਲੈਂਦਾ ਸੀ। ਜਦੋਂ ਉਹਦੀ ਮਾਤਾ ਨੇ ਕਹਿਣਾ ਵੀ ਠੰਡ ਬਹੁਤ ਹੈ, ਲੋਕਾਂ ਦਾ 2-2 ਰਜਾਈਆਂ ਲਈਆਂ ਵਾ, ਵੀ ਤੂੰ ਇਹ ਕੀ ਕਰਦਾ, ਉਹ ਕਹਿੰਦਾ ਸੀ ਆਪਣੀ ਮਾਂ ਨੂੰ ਵੀ ਤੁਸੀਂ ਉਸ ਬਾਰੇ ਸੋਚੋ, ਉਸ ਮਾਤਾ ਬਾਰੇ ਸੋਚੋ ਜਿਹੜੀ ਠੰਡੀ ਬੁਰਜ ਦੇ ਵਿੱਚ ਬੈਠੀ ਸੀ, ਉਹਨਾਂ ਬੱਚਿਆਂ ਬਾਰੇ ਸੋਚੋ ਜਿਹੜੇ ਠੰਡੇ ਬੁਰਜ ਦੇ ਵਿੱਚ ਬੈਠੀਆਂ ਸਨ। ਇੰਨੀ ਠੰਡੀ ਹਵਾ ਆਉਂਦੀ ਸੀ, ਸੀਨੇ ਨੂੰ ਚੀਰਦੀ ਜਾਂਦੀ ਸੀ, ਉਹਨਾਂ ਬਾਰੇ ਸੋਚੋ। ਇਦਾਂ ਦਾ ਉਹਦਾ ਸੁਭਾਅ ਸੀ। ਇਹ ਅਜਿਹੇ ਜਿਹਦਾ ਇਦਾਂ ਦਾ ਸੁਭਾਅ ਹੋਵੇ ਭਾਈ ਸਾਹਿਬ, ਉਹਨੂੰ ਇਹ ਕੁਰਬਾਨੀਆਂ ਇਹ ਦੇਣੀਆਂ ਕੁਰਬਾਨੀਆਂ ਕੋਈ ਬਹੁਤੀ ਔਖੀ ਨਹੀਂ। ਉਹਨੂੰ ਚੀਕਾਂ ਜਿਹੜੀਆਂ ਕਢਾਣੀਆਂ ਉਹ ਇਹ ਨਿਕਲ ਨਹੀਂ ਸਕਦੀਆਂ। ਜਿਹਦੇ ਮਨ ਦੇ ਵਿੱਚ ਜਜ਼ਬਾ ਹੋਵੇ ਕਿ ਮੈਂ ਕੁਰਬਾਨੀ ਕਰਨੀ ਹੈ, ਪਰਮਾਤਮਾ ਰੂਪ ਮਿਲ ਕੇ ਇੱਕ ਸੇਵਾ ਲੈਣੀ ਸੀ, ਮਾਲਕ ਨੇ ਉਵੇਂ ਦਾ ਬਣਾਇਆ ਹੋਇਆ ਸੀ। ਉਹਦਾ ਸੁਭਾਅ ਉਦਾਂ ਦਾ ਬਣਾਤਾ ਤੇ ਸਤਿਗੁਰਾਂ ਨੇ ਉਹਨੂੰ ਇਹ ਸਮਾਂ ਵੀ ਬਖਸ਼ ਦਿੱਤਾ ਕਿ ਲੋਕਾਂ ਦੀ ਦੁਖੀਆਂ ਦੀ ਖਾਤਰ, ਮਜਲੂਮਾਂ ਦੀ ਖਾਤਰ ਉਹਨੇ ਆਪਣੀ ਕੁਰਬਾਨੀ ਵੀ ਕਰ ਦਿੱਤੀ ਆ। ਇਹ ਬਹੁਤ ਵੱਡੀ ਆ ਉਮੀਦ। ਅਸੀਂ ਇਹ ਵੀ ਕਰਦੇ ਹਾਂ ਵੀ ਜਿਹੜੇ ਇਹ ਕੁਰਬਾਨੀ ਦਿੱਤੀ ਹੈ ਤੇ ਹੁਣ ਜੋ ਯੋਧਾ ਸਾਡੇ ਸਾਹਮਣੇ ਆਇਆ ਜੇਲ੍ਹ ਚੋਂ ਰਿਹਾ ਹੋ ਕੇ, ਤੇ ਜਿਹੜਾ ਸੇਵਾ ਜੋ ਲਈ ਹੈ ਜਾਂ ਉਹਨਾਂ ਨੇ ਆਪ ਕੀਤੀ ਹੈ ਰਣਜੀਤ ਸਿੰਘ ਨੇ, ਤੇ ਇਹ ਨਿਰੰਤਰ ਹੁਣ ਜਾਰੀ ਰਹਿਣਗੀਆਂ, ਸੇਵਾਵਾਂ ਹੁਣ ਵੱਧਦੀਆਂ ਜਾਣਗੀਆਂ ਉਹਨਾਂ ਦੀਆਂ। ਹਾਂਜੀ ਹਾਂਜੀ, ਇਹ ਤਾਂ ਦੇਖੋ ਜੀ, ਇਹ ਤਾਂ ਜਿੱਦਾਂ ਦੀ ਉਸਨੇ ਕੁਰਬਾਨੀ ਕੀਤੀ ਆ ਨਾ, ਉਹਦੇ ਵਿੱਚ ਹੋਰ ਜਜ਼ਬਾ ਆ ਗਿਆ। ਇਸ ਚੀਜ਼ ਦਾ ਕੁਰਬਾਨੀ ਕਰਨ ਦਾ ਹੋਰ ਜਜ਼ਬਾ ਆ ਗਿਆ। ਉਹ ਪਹਿਲਾਂ ਹੀ ਜਜ਼ਬਾ ਸੀ ਉਹਦੇ ਵਿੱਚ, ਇਹ ਕੁਰਬਾਨੀ ਕਰਨ ਦਾ ਜਜ਼ਬਾ ਪਹਿਲਾਂ ਹੀ ਉਹਦਾ ਇੰਟਰਸਟ ਸੀਗਾ। ਤੇ ਹੁਣ ਤਾਂ ਚਲੋ ਮਹਾਰਾਜ ਨੇ ਕਿਰਪਾ ਕਰ ਦਿੱਤੀ ਉਹਦੇ ਉੱਤੇ, ਤੇ ਵਰਲਡ ਲੈਵਲ ਤੇ ਉਹਦਾ ਜਿਹੜੀ ਕੁਰਬਾਨੀ ਕਰੂਗਾ ਉਹ ਤਾਂ ਪਿੱਛੇ ਨਹੀਂ ਹਟਣ ਵਾਲਾ ਹੈ ਜੀ। ਇਹ ਮੈਂ ਕਹਿ ਦਿੰਦਾ ਤੁਹਾਨੂੰ। ਇਹ ਮੰਨ ਕੇ ਚੱਲੀਏ ਵੀ ਹੁਣ ਕੌਮ ਨੂੰ ਇੱਕ ਚੰਗਾ ਆਗੂ ਵੀ ਮਿਲ ਸਕਦਾ ਸਰ। ਵਧੀਆ ਮਿਲ ਸਕਦਾ ਜੀ ਆਗੂ। ਕਿਸੇ ਸਮੇਂ ਇਹ ਕੌਮ ਵਾਸਤੇ ਅਗਵਾਈ ਕਰ ਸਕਦਾ। ਇਦਾਂ ਦਾ ਉਹਦਾ ਜਿਹੜਾ ਸੁਭਾਅ ਆ, ਕੋਈ ਫਰੇਬ ਵਾਲਾ ਸੁਭਾਅ ਨਹੀਂ ਹੈ। ਇੱਕ ਤਾਂ ਹੁੰਦਾ ਧੋਖਾ, ਮੈਂ ਪਬਲਿਸਿਟੀ ਲਈ ਆਹ ਕੰਮ ਕਰ ਦਵਾਂ, ਆਹ ਕਰ ਦਵਾਂ। ਇੱਕ ਕੁਦਰਤੀ ਮਿਹਰ ਵੀ ਹੁੰਦੀ ਹੈ ਭਾਈ ਸਾਹਿਬ, ਕਿਉਂਕਿ ਉੱਥੇ ਹੋਰ ਵੀ ਸਾਡੇ ਨਗਰ ਦੇ ਬੰਦੇ ਸਨ ਜਿਹਦੇ ਨਾਲ, ਪਰੰਤੂ ਉਹਨਾਂ ਦੇ ਵਿੱਚ ਇਹ ਹੌਸਲਾ ਨਹੀਂ ਪਿਆ ਇਸ ਚੀਜ਼ ਨੂੰ। ਤੁਹਾਡੇ ਨਗਰ ਦੇ ਜਾਂ ਹੋਰਾਂ ਨਗਰਾਂ ਦੇ ਵੀ ਸੀਗੇ, ਬਹੁਤ ਨਗਰਾਂ ਦੇ ਲੋਕ ਖੜੇ ਸੀਗੇ ਆਲੇ ਦੁਆਲੇ। ਉੱਥੇ ਇੱਕ ਬੰਦਾ ਥੋੜਾ ਸੀਗਾ, ਲੱਖਾਂ 'ਚ ਬੰਦੇ ਇਕੱਠੇ ਹੋਏ ਸੀ। ਪਰੰਤੂ ਕੁਦਰਤ ਦੀ ਜਿਹਦੇ ਉੱਤੇ ਮਿਹਰ ਹੁੰਦੀ ਆ ਨਾ, ਜਿੱਦਾਂ ਕਹਿੰਦੇ ਹੁੰਦੇ ਨਾ ਗੁਰਬਾਣੀ ਹੈ, ਧਰਤੀ ਤੇ ਆਕਾਸ਼ ਚੜਾਵਾ, ਚੜੇ ਆਕਾਸ਼ ਗਰਾਵਾ, ਇਦਾਂ ਇਹ ਜਿਹੜੀ ਗੁਰਬਾਣੀ ਹੈ ਸੱਚੀ ਆ ਚੀਜ਼। ਜੇ ਕੁਦਰਤ ਚਾਹੇ ਤਾਂ ਧਰਤੀ ਤੋਂ ਆਕਾਸ਼ ਚਾੜ ਦਿੰਦੀ ਹੈ। ਇਹ ਇੱਕ ਸਤਿਗੁਰਾਂ ਦੀ ਇਹਦੇ ਉੱਤੇ ਕਿਰਪਾ ਹੋ ਗਈ ਆ। ਤੇ ਹੈ ਤਾਂ ਸਾਡੇ ਵੱਸ ਦਾ, ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ ਭਾਈ ਸਾਹਿਬ, ਇਹ ਕੁਦਰਤ ਦੇ ਵੱਸ ਦੀ ਗੱਲ ਹੈ। ਉਹਨੂੰ ਵਡਿਆਈ ਬਖਸ਼ਣੀ ਸੀ, ਲੱਖਾਂ ਲੋਕਾਂ ਦੇ ਵਿੱਚ ਉਹਨੂੰ ਵਡਿਆਈ ਬਖਸ਼ਣੀ ਸੀ। ਉਹ ਕੋਈ ਬੁਲਾਰਾ ਨਹੀਂ ਸੀ। ਉਹ ਉੱਥੇ ਸਟੇਜਾਂ ਤੇ ਚੜ੍ਹ ਕੇ ਆਪਣੀ ਪਬਲਿਸਿਟੀ ਤੇ ਜਾ ਕੇ ਪ੍ਰਚਾਰ ਨਹੀਂ ਕਰਦਾ ਸੀ। ਉਹ ਇੱਕ ਯੋਧਾ ਸੀ, ਸਰਵ ਸੇਵਾ ਕਰਨ ਵਾਲਾ। ਸੇਵਾ ਕਰਨ ਵਾਸਤੇ ਉਹ ਗਿਆ ਵਾ ਸੀ ਲੋਕਾਂ ਦੀ। ਉਹਨੂੰ ਕੋਈ ਇੰਨਾ ਲਾਲਚ ਨਹੀਂ ਸੀ ਮੈਂ ਉੱਥੇ ਲੰਗਰ ਛਕਿਆ ਵਾਂ, ਪਿੰਨੀਆਂ ਖਾਇਆ ਵਾਂ, ਬਦਾਮ ਖਾਇਆ ਵਾਂ। ਇਦਾਂ ਵੀ ਉਹਦੇ ਕਦੇ ਇੱਥੇ ਆਉਣਾ ਸੀ, ਗੱਲ ਤੋਂ ਸੁਣੀ ਨਾ ਸੀ ਉਹਦੇ ਕੋਲੋਂ ਵੀ ਮੈਨੂੰ ਉੱਥੇ ਬਦਾਮ ਮਿਲਦੇ ਆ, ਉੱਥੇ ਤਾਂ ਮੇਲਾ ਲੱਗਿਆ ਪਿਆ। ਬਹੁਤਾਂ ਦਾ ਲੋਕਾਂ ਦਾ ਇਹ ਵੀ ਮੇਲਾ ਦੇਖਣ ਤੁਰੇ ਹੋ ਸੀਗੇ ਵੀ ਦੇਖੋ ਇੱਕ ਵਾਰੀ ਜਾ ਕੇ, ਦੇਖੋ ਇੱਕ ਵਾਰੀ ਜਾ ਕੇ ਕਿੰਨੀਆਂ ਰੌਣਕਾਂ ਉੱਥੇ। ਪਰੰਤੂ ਉਹਦੇ ਮੂੰਹ ਦਾ ਸੀ ਇੱਥੇ ਆਉਂਦਾ ਰਿਹਾ ਸਾਡੇ ਕੋਲ, ਤੇ ਇਦਾਂ ਦੀ ਵੀ ਗੱਲ ਨਹੀਂ ਸੁਣੀ। ਉਹ ਬਦਾਮ ਖਾਣ ਵਾਸਤੇ ਜਾਂ ਪਿੰਨੀਆਂ ਖਾਣ ਵਾਸਤੇ ਨਹੀਂ ਗਿਆ, ਉਹ ਤਿੰਨਾਂ ਕਾਨੂੰਨਾਂ ਦੇ ਖਿਲਾਫ ਗਿਆ ਸੀ, ਲੋਕਾਂ ਦੀ ਸੇਵਾ ਵਾਸਤੇ ਗਿਆ ਸੀ, ਔਰ ਸੇਵਾ ਕਰਕੇ ਦਿਖਾਲ ਵੀ ਦਿੱਤੀ ਉਸਨੇ ਜੀ। ਤੇ ਪਿੰਡ ਵੱਲੋਂ ਚਲੋ ਮੈਂ ਸਨਮਾਨ ਤਾਂ ਨਹੀਂ ਕਹਾਂਗਾ, ਕਿਉਂਕਿ ਸਨਮਾਨ ਹੁਣ ਉਸ ਸ਼ਖਸੀਅਤ ਲਈ ਬਹੁਤ ਛੋਟਾ ਸ਼ਬਦ ਰਹਿ ਗਿਆ ਜੀ। ਉਹ ਗੁਰੂ ਨੇ ਦੇ ਦਿੱਤਾ, ਜੇ ਉਹ ਤੋਂ ਵੱਡਾ ਸਨਮਾਨ ਕੋਈ ਹੋ ਨਹੀਂ ਸਕਦਾ ਜੋ ਹਨਾ ਜੀ ਹੋਇਆ। ਪਰ ਜੋ ਆਉਣ ਵਾਲੀਆਂ ਹਜ਼ਾਰਾਂ ਦੇ ਗਿਣਤੀ ਦੇ ਵਿੱਚ ਉਹਨਾਂ ਦੇ ਸਵਾਗਤ ਲਈ ਉਹਨਾਂ ਦੇ ਨਾਲ ਸੰਗਤਾਂ ਨੇ ਆਉਣਾ, ਤੇ ਗੁਰਦੁਆਰਾ ਕਮੇਟੀ ਵੱਲੋਂ ਪਿੰਡ ਵਾਸੀ ਕਿਸ ਤਰ੍ਹਾਂ ਦੇ ਇੰਤਜ਼ਾਮ ਕਰ ਰਹੇ ਨੇ? ਉਹ ਇਦਾਂ ਭਾਈ ਸਾਹਿਬ, ਸਾਡੇ ਕੋਲ ਜਿੱਦਾਂ ਨਾ ਲੋਕਾਂ ਨੇ ਆਣਾ, ਸਾਨੂੰ ਪਤਾ ਆਣਾ ਹੈ ਉਹਦੇ ਮਗਰ। ਕੋਈ ਉਹ ਛੋਟੀ ਹਸਤੀ ਨਹੀਂ ਇਸ ਵੇਲੇ ਰਹਿ ਗਿਆ। ਫੇਰ ਅਸੀਂ ਕਹੀਏ ਕਿ ਛੋਟੇ ਬੰਦੇ ਨੇ ਆਣਾ ਹੈ, ਉਹ ਤਾਂ ਵਰਲਡ ਲੈਵਲ ਦੇ ਬੰਦਾ ਬਣ ਗਿਆ ਹੈ। ਉਸਨੇ ਆਣਾ ਹੈ ਇੱਥੇ, ਕਿਉਂਕਿ ਸਾਡੇ ਕੋਲ ਇੱਥੇ ਪ੍ਰੋਬਲਮ ਹੈਗੀ ਆ ਬਹੁਤ ਜਗ੍ਹਾ ਦੀ, ਗਰਾਊਂਡ ਦੀ। ਇਹਨਾਂ ਲੱਖਾਂ ਲੋਕਾਂ ਨੂੰ ਗਰਾਊਂਡ ਦੇ ਵਿੱਚ ਸਾਹਮਣੇ ਵਾਸਤੇ ਬਹੁਤ ਪ੍ਰੋਬਲਮ ਹੈ। ਹੁਣ ਸਾਡੇ ਮੈਨੂੰ ਪਤਾ ਵੀ ਲੱਗ ਰਿਹਾ ਵੀ ਅਸਮਾਨਪੁਰ ਵਾਲਿਆਂ ਨੇ ਪਹਿਲਾਂ ਉੱਥੇ ਉਹਨੇ ਸਵਾਗਤ ਕਰਨਾ 2-3 ਘੰਟੇ ਦਾ, ਪਰ ਉੱਥੇ ਗਰਾਊਂਡ ਬਹੁਤ ਵੱਡੀ ਆ, ਸਕੂਲ ਦੀ ਗਰਾਊਂਡ, ਹਾਈ ਸਕੂਲ ਦੀ, ਹਾਇਰ ਸੈਕੰਡਰੀ ਦੀ।
ਤੇ ਉੱਥੇ ਬਹੁਤ ਵੱਡੀ ਉਹਨੇ ਉੱਥੇ ਬਹੁਤ ਇੰਤਜ਼ਾਮ ਕਰਨਾ ਪਹਿਲਾਂ ਉਹਨਾਂ ਦਾ ਰੋਟੀ ਪਾਣੀ ਦਾ ਵੀ। ਅਸੀਂ ਤਾਂ ਸਾਡਾ ਜਿਹੜਾ ਹੈ ਇੱਥੇ ਨਾ ਸਾਡੇ ਕੋਲ ਜਗ੍ਹਾ ਘੱਟ ਹੋਇਆ, ਅਸੀਂ ਗੁਰਦੁਆਰਾ ਸਾਡਾ ਕਾਫੀ ਖੁੱਲ੍ਹਾ ਹੈ ਉੱਦਾਂ ਵੈਸੇ, ਅਸੀਂ ਵੱਧ ਤੋਂ ਵੱਧ ਗੁਰਦੁਆਰੇ ਇੰਤਜ਼ਾਮ ਕਰਨਾ ਉਹਦਾ, ਔਰ ਜਿੰਨੀ ਵੀ ਵੱਧ ਤੋਂ ਵੱਧ ਕੋਸ਼ਿਸ਼ ਹੋਈ ਸਵਾਗਤ ਦੀ। ਅਸੀਂ ਸਾਡਾ ਪਿੰਡ ਤਾਂ ਜਿੱਦਾਂ ਕਹਿੰਦੇ ਨੇ ਅੱਡੀਆਂ ਭਰ ਹੋਇਆ ਵਾ, ਨੱਚਣ ਨੂੰ ਤਿਆਰ ਆ ਵੀ ਸਾਡਾ ਯੋਧਾ ਆਵੇ, ਚੱਕ ਲਿਆ ਤਾਂ ਹੱਥਾਂ ਦੇ ਸਰਸਾ ਜੇ ਬਹੁਤ ਕਿਰਪਾ ਹੋ ਜੂਗੀ ਜੇ ਸਰਸਾ ਸਾਹਿਬ ਵੀ ਸਾਡੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਬਹੁਤ ਨੀਵੇਂ ਲੈਵਲ ਦੇ ਵਿੱਚ ਆ ਜਾਣ। ਬਹੁਤ ਮਾਣ ਵਾਲੀ ਗੱਲ ਨਵੇਂ ਆਪਣੇ ਨਵੇਂ ਸ਼ਹਿਰ ਦੇ ਵਿੱਚ ਕਾਜੋਂਪੁਰ ਲਈ ਜੇ ਸਰਸਾ ਸਾਹਿਬ ਇੱਥੇ ਆਣ ਤਾਂ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਤੇ ਅਸੀਂ ਤਾਂ ਪਹਿਲਾਂ ਤਾਂ ਅਸੀਂ ਆਪਣੇ ਯੋਧੇ ਦੇ ਨਾਲੋਂ ਪਹਿਲਾਂ ਅਸੀਂ ਸਰਸਾ ਸਾਹਿਬ ਨੂੰ ਚੱਕਾਂਗੇ, ਸਰਸਾ ਸਾਹਿਬ ਨੂੰ ਚੱਕਾਂਗੇ, ਨਾਲ ਉਹਦੀ ਟੀਮ ਨੂੰ ਚੱਕਾਂਗੇ ਜਿਨ੍ਹਾਂ ਨੇ ਕਿ ਐਡੀ ਵੱਡੀ ਕੁਰਬਾਨੀ ਕਰਕੇ ਉਹਦੇ ਦਿੱਲੀ ਦੇ ਵਿੱਚ ਹੱਥ ਪਾਣਾ ਕੋਈ ਆਮ ਬੰਦੇ ਦਾ ਕੰਮ ਨਹੀਂ ਹੈ। ਬਹੁਤ ਲੋਕ ਤਾਂ ਮਨਜਿੰਦਰ ਸਿੰਘ ਸਿਰਸਾ ਤੇ ਵੀ ਸਵਾਲ ਚੁੱਕ ਰਹੇ ਨੇ ਵੀ ਉਹ ਤੇ ਸਿਆਸਤ ਚਮਕਾ ਰਹੇ ਜੀ, ਕਹਿੰਦੇ ਪੈਨਲ ਤਾਂ ਵਕੀਲਾਂ ਦਾ ਹੋਰ ਹੀ ਕੰਮ ਕਰਦਾ ਜੀ। ਬਹੁਤ ਦੇਖੋ ਲੋਕ ਮੇਰੀ ਗੱਲ ਸੁਣ ਜੀ, ਪੈਨਲ ਜ਼ਰੂਰ ਵਕੀਲਾਂ ਦਾ ਕੰਮ ਕਰਦਾ। ਹੁਣ ਮੈਂ ਇੱਕ ਪ੍ਰਬੰਧਕ ਹਾਂ ਇਸ ਕਮੇਟੀ ਦਾ। ਹੁਣ ਮੇਰਾ ਇਹ ਇੱਕ ਬਣਦੀ ਹੈ ਸਿਰਦਰਦੀ ਕਿ ਮੇਰੇ ਜਿਹੜਾ ਜ਼ੁਲਮ ਹੋਇਆ ਮੈਂ ਇਹਦੇ ਵਾਸਤੇ ਬੰਦਿਆਂ ਨੂੰ ਇਕੱਠੇ ਕਰਾਂ, ਬੰਦਿਆਂ ਨੂੰ ਇਕੱਠੇ ਕਰਕੇ ਮੈਂ ਇਹ ਇੱਕ ਲੀਡਰ ਪੁਣਾ ਕਰਨਾ। ਹੁਣ ਵਕੀਲ ਆਪਣੇ ਆਪ ਨਹੀਂ ਜਾਂਦੇ ਹੈ ਜੀ, ਵਕੀਲ ਆਪਣੇ ਵਕੀਲਾਂ ਦਾ ਇੰਤਜ਼ਾਮ ਕੀਤਾ ਜਾਂਦਾ। ਹੁਣ ਸਰਸਾ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਹੈ, ਹੁਣ ਪੈਨਲ ਬਣਾਇਆ ਵਕੀਲਾਂ ਦਾ। ਵਕੀਲਾਂ ਦੀ ਸਭ ਤੋਂ ਵੱਡਾ ਧੰਨਵਾਦ ਹੈ, ਬਹੁਤ ਹੀ ਵੱਡਾ ਧੰਨਵਾਦ ਹੈ। ਪੜ੍ਹੇ ਲਿਖੇ ਕਿਉਂਕਿ ਆਮ ਉੱਥੇ ਹਾਈ ਕੋਰਟਾਂ 'ਚ ਖੜ੍ਹ ਨਹੀਂ ਸਕਦਾ, ਵਕੀਲੇ ਹੀ ਖੜ੍ਹ ਸਕਦੇ ਆ। ਉਹਨਾਂ ਦਾ ਇਸ ਵਾਸਤੇ ਧੰਨਵਾਦ, ਪੜ੍ਹੇ ਲਿਖੇ ਹੋ ਕੇ ਉਹਨਾਂ ਨੇ ਮਾਇਆ ਦਾ ਲਾਲਚ ਨਹੀਂ ਕੀਤਾ, ਉਹ ਸਿਰਸਾ ਦੇ ਨਾਲ ਤੁਰ ਪਏ। ਸਰਸਾ ਸਾਹਿਬ ਦੇ ਉਹ ਨਾਲ ਤੁਰ ਪਏ ਵਕੀਲ ਜਿਹੜੇ ਆ। ਇਹ ਜਿਹੜੇ ਹੁਣ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਆ ਵੀ ਇਹ ਸਰਸਾ ਸਾਹਿਬ ਆਪਣਾ ਨਾਮ ਚਮਕਾਉਣ ਲਈ ਕਰਦੇ, ਵੋਟਾਂ ਲਈ ਚਮਕਾਉਣ ਲਈ ਕਰਦੇ ਆ। ਇਹ ਵੋਟਾਂ ਦਾ ਵੀ ਮੇਰੀ ਹੁਣ ਇੱਕ ਗੱਲ ਸੁਣ ਲਓ, ਇੱਥੇ ਬੜੇ ਬੜੇ ਹਾਦਸੇ ਹੁੰਦੇ ਹਨ। ਵੋਟਾਂ ਦਾ ਕਈ ਟਾਈਪ ਦੀਆਂ ਹੋ ਜਾਂਦੀਆਂ ਵੋਟਾਂ, ਠੀਕ ਆ। ਸਰਸਾ ਸਾਹਿਬ ਨੇ ਕੁਰਬਾਨੀ ਕੀਤੀ ਆ, ਵੋਟ ਜਾਊਗੀ ਵੀ ਉਹਨੂੰ, ਜੇ ਆਊਗਾ ਤਾਂ ਵੋਟ ਜਾਊਗੀ ਵੀ, ਕਾਜੂਪੁਰ ਦੀ ਤਾਂ ਜਾਊਗੀ ਉਹਨੂੰ ਵੋਟ। ਤੇ ਇਹਦੇ ਵਿੱਚ ਆ ਕੇ ਜਿਹੜਾ ਵੋਟਾਂ ਦਾ ਹੁਣ ਲੋਕਤੰਤਰ ਰਹਿ ਗਿਆ ਨਾ, ਇਹ ਬੜਾ ਗੰਦਾ ਹੋ ਗਿਆ ਜੀ। ਇਹ ਅੱਧੀ ਵੋਟ ਤਾਂ ਜਾਤ ਦੇ ਨਾਂ ਤੇ ਪੈ ਜਾਂਦੀ ਆ, ਅੱਧੀ ਵੋਟ ਧਰਮ ਦੇ ਨਾਂ ਤੇ ਪੈ ਜਾਂਦੀ ਆ, ਅੱਧੀ ਵੋਟ ਵਿਕ ਜਾਂਦੀ ਆ। ਵੋਟ ਵਾਟ ਦਾ ਨਹੀਂ ਇੱਥੇ ਕੋਈ ਵੀ ਹੈ। ਜੇ ਕਹੋ ਵੀ ਸਿਰਸਾ ਸਾਹਿਬ ਵੋਟ ਦੇ ਲਈ ਆਪਣਾ ਨਾਂ ਚਮਕਾ ਰਿਹਾ, ਵੋਟ ਲਈ ਵੀ ਕਰਦੇ। ਮੈਂ ਕਹਿੰਦਾ ਇਹ ਚੰਗੀ ਰਾਜਨੀਤੀ, ਕਿਉਂਕਿ ਸਾਡੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਵੀ ਰਾਜਨੀਤੀ ਧਰਮ ਉੱਤੇ ਰਾਜਨੀਤੀ ਥੱਲੇ। ਉਹ ਰਾਜਨੀਤੀ ਨਹੀਂ ਹੋ ਰਹੀ, ਫਿਰ ਇਹ ਸਹੀ ਨਹੀਂ ਹੋ ਰਹੀ ਜੋ ਸਾਨੂੰ ਗੁਰੂਆਂ ਨੇ ਬਖਸ਼ੀ ਹੈ। ਉਹ ਕਹਿੰਦੇ ਵੀ ਰਾਜ ਤੋਂ ਬਿਨਾ ਧਰਮ ਵੀ ਨਹੀਂ ਚੱਲ ਸਕਦਾ, ਰਾਜ ਤੋਂ ਬਿਨਾ ਧਰਮ ਦੀ ਰਾਖੀ ਕਰਨੀ ਔਖੇ ਹੋ ਸਕਦੇ। ਤੁਸੀਂ ਆਪ ਪੜ੍ਹੇ ਲਿਖੇ ਹੋ, ਪ੍ਰਚਾਰਕ ਹੋ, ਪ੍ਰੈਸ ਰਿਪੋਰਟਰ ਹੋ, ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਓ। ਜੇ ਔਰੰਗਜ਼ੇਬ ਦੇ ਕੋਲ ਕਾਜੀ ਮੌਲਾਨਾ ਬੈਠੇ ਤੇ ਉਹਨੇ ਰਾਜੇ ਨੂੰ ਕਿਹਾ ਵੀ ਅਸੀਂ ਇਸਲਾਮ ਨੂੰ ਚਮਕਾਣਾ, ਔਰੰਗਜ਼ੇਬ ਨੂੰ ਕਿਹਾ ਅਸੀਂ ਇਸਲਾਮ ਨੂੰ ਚਮਕਾਣਾ। ਉਹਨ ਹਿੰਦੂਆਂ ਦੇ ਜਨੇਊ ਵੱਢ ਵੱਢ ਕੇ ਉਹਨੂੰ ਮੁਸਲਮਾਨ ਬਣਾਉਣਾ ਪਿਆ। ਜੇ ਮੁਗਲਾਂ ਦੇ ਪਹਿਲਾਂ ਇਹਨਾਂ ਦਾ ਸੀਗਾ ਰਾਜ, ਹਿੰਦੂ ਰਾਜਿਆਂ ਦਾ ਰਾਜ ਸੀਗਾ, ਉਹਨਾਂ ਦੇ ਕੋਲ ਬੈਠੇ ਤੇ ਪੰਡਤ, ਉਹਨੇ ਕਿਹਾ ਕਬੀਰ ਵਾਰੀਆਂ ਦੇ ਉੱਤੇ ਜ਼ੁਲਮ ਕਰਨਾ, ਸ਼੍ਰੋਮਣੀ ਭਗਤ ਕਬੀਰ ਦੇ ਉੱਤੇ। ਉਸ ਵੇਲੇ ਉਹ ਰਾਜੇ ਸੀਗੇ, ਸੰਗਲਾਂ ਨਾ ਬਣਾਉਣਾ, ਕਿਉਂਕਿ ਉਹ ਪੰਡਤ ਬ੍ਰਾਹਮਣ ਬੈਠੇ ਸੀ, ਪੜ੍ਹੇ ਲਿਖੇ ਲੋਕ। ਤੇ ਉਹਨਾਂ ਦਾ ਜਿਹੜਾ ਰਾਜ ਸੀਗਾ ਉਹ ਧਰਮ ਸੀਗਾ ਹਿੰਦੂ ਧਰਮ। ਉਹਨਾਂ ਦੇ ਰਾਜ ਦੇ ਵਿੱਚ ਰਾਜਾ ਹਿੰਦੂ ਸੀਗਾ ਤੇ ਹਿੰਦੂ ਰਾਜ ਫਿਰ ਉਹ ਵਧਿਆ, ਧਰਮ ਵੀ ਵਧਿਆ। ਫਿਰ ਮੁਸਲਮਾਨ ਮੁਗਲ ਰਾਜ ਆ ਗਿਆ, ਮੁਗਲ ਦੇ ਕੋਲ ਪਾਦਰੀ ਦੂਏ ਬਹਿ ਗਏ, ਇਹ ਸਾਰੇ ਕਾਜੀ ਮਲਾਨੇ ਮੌਲਵੀ ਵਗੈਰਾ ਬਹਿ ਗਏ। ਇਹਨਾਂ ਨੇ ਔਰੰਗਜ਼ੇਬ ਨੂੰ ਸਿਖਾਇਆ, ਕਿਉਂਕਿ ਰਾਜ ਉਹਨਾਂ ਦਾ ਸੀ। ਰਾਜੇ ਦੇ ਅਧੀਨ ਆ ਕੇ ਮੌਲਵੀਆਂ ਦੇ ਕਹੇ ਦੇ ਉੱਤੇ ਉਸਨੇ ਕਹਿੰਦਾ ਮੈਂ ਛੱਡਣਾ ਹੀ ਨਹੀਂ ਕੋਈ ਵੀ, ਨਾ ਹਿੰਦੂ ਛੱਡਣਾ, ਨਾ ਹੋਰ ਛੱਡਣਾ, ਨਾ ਈਸਾਈ ਛੱਡਣਾ, ਮੈਨੂੰ ਸਾਰਾ ਸਿਰਫ ਅੱਲਾਹੂ ਚਾਹੀਦਾ। ਤੇ ਇਸ ਤਰ੍ਹਾਂ ਹੁਣ ਵੀ ਦੇਖ ਲਓ, ਤੇ ਹੁਣ ਵੀ ਜਿਸ ਚੀਜ਼ ਦਾ ਜ਼ੋਰ ਹੈ। ਚਲੋ ਹੁਣ ਲੋਕਤੰਤਰ ਹੈ, ਕੋਈ ਹੈ ਨਹੀਂ, ਵੋਟ ਆਉਂਦੀ ਆ, ਅਗਲਾ ਜੇ ਕੋਈ ਕਰਦਾ ਆ ਤਾਂ ਉਹਨੂੰ ਲਾ ਕੇ ਸਿੱਟ ਦਿੰਦਾ। ਪਰੰਤੂ ਰਾਜ ਦਾ ਜਿਹੜਾ ਜ਼ਰੂਰੀ ਆ, ਨਾਲ ਧਰਮ ਦੇ ਨਾਲ ਰਾਜ ਵੀ ਜ਼ਰੂਰੀ ਆ ਕਿ ਉਹ ਧਰਮ ਨੂੰ ਤਾਂ ਹੀ ਪ੍ਰਫੁੱਲਤਾ ਮਿਲ ਸਕਦੀ ਹੈ। ਹੁਣ ਤਾਂ ਚਲੋ ਹਿੰਦੁਸਤਾਨ ਦੇ ਵਿੱਚ ਲੋਕਤੰਤਰ ਹੈ, ਰਾਜਾ ਕੋਈ ਵੀ ਬਣਦਾ ਆ, ਉਹ ਕਿਸੇ ਧਰਮ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ। ਕੋਈ ਕਿਸੇ ਦਾ ਜ਼ਿਆਦਾ ਭੈੜਾ ਦਿਮਾਗ ਹੋਵੇਗਾ, ਪਰੰਤੂ ਉਹ ਵੀ 5 ਸਾਲ ਬਾਅਦ ਫਿਰ ਡਰਦਾ ਆ ਵੀ ਮੈਨੂੰ ਜਨਤਾ ਇਕੱਠੀ ਹੋ ਕੇ ਲਾਹ ਨਾ ਦੇਵੇ। ਉਹ ਵੀ ਇੱਕ ਧਰਮ ਨੂੰ ਲੈਂਦਾ, ਸਾਰੇ ਧਰਮਾਂ ਦਾ ਕਦਰ ਕਰਦਾ ਆ ਇਸ ਵੇਲੇ। ਤੇ ਇਸ ਤਰ੍ਹਾਂ ਧਰਮ ਦੇ ਲਈ ਰਾਜਨੀਤੀ ਵੀ ਜ਼ਰੂਰੀ ਆ, ਧਰਮ ਨੂੰ ਵਧਾਉਣ ਵਾਸਤੇ। ਜੇ ਹੁਣ ਸਿਰਸਾ ਆ, ਉਹ ਇੱਕ ਸ਼੍ਰੋਮਣੀ ਕਮੇਟੀ ਦਾ ਹਾਈ ਲੈਵਲ ਤੇ ਪ੍ਰਧਾਨ ਆ ਉੱਥੇ ਕਮੇਟੀ ਦਾ, ਦਿੱਲੀ ਕਮੇਟੀ ਦਾ। ਉਹਦੀ ਹੁਣ ਉੱਥੇ ਪੂਰੀ ਚੌਧਰ ਹੈ, ਮਤਲਬ ਕਹਿ ਲਓ ਜਿੱਦਾਂ ਅਸੀਂ ਕਹਿੰਦੇ ਚੌਧਰ ਹੈ। ਉਹ ਆਪਣੀ ਚੌਧਰ ਦੇ ਹੇਠ ਵੱਧ ਤੋਂ ਵੱਧ ਉਹਦੀ ਇਹ ਕੋਸ਼ਿਸ਼ ਹੋ ਰਹੀ ਆ ਕਿ ਮੈਂ ਦੁਖੀ ਮਜ਼ਲੂਮਾਂ ਦੀ ਵੀ ਮਦਦ ਕਰਾਂ, ਔਰ ਜਿਹੜਾ ਮੇਰਾ ਧਰਮ ਹੈ, ਸਿੱਖ ਧਰਮ ਹੈ, ਮੈਂ ਇਸ ਨੂੰ ਵੀ ਵੱਧ ਤੋਂ ਵੱਧ ਪ੍ਰਫੁੱਲਤ ਕਰਾਂ। ਕਿਉਂਕਿ ਹੁਣ ਮੈਨੂੰ ਮਹਾਰਾਜ ਨੇ ਵਡਿਆਈ ਬਖਸ਼ੀ ਆ, ਇਸ ਵਡਿਆਈ ਦੇ ਨਾਲ ਮੈਂ ਇਸ ਧਰਮ ਨੂੰ ਵੀ ਚਮਕਾਵਾਂ, ਔਰ ਚਮਕਾ ਵੀ ਰਿਹਾ ਹੈ।
ਚਾਹੇ ਉਹਦੇ ਨਾਲ ਹਿੰਦੂ ਅਮੀਰ ਲੋਕ ਵੀ ਬਹੁਤ ਰਲੇ, ਉਹਨੇ ਹਸਪਤਾਲ ਬਣਾਇਆ, ਉਸਨੇ ਕਿੰਨੇ ਕੁਰਬਾਨੀ ਕੀਤੀ ਆ। ਜਿਨ੍ਹਾਂ ਨੂੰ ਕਿ ਡਾਇਲਸ ਦਾ ਕਰੋੜਾਂ ਲੱਖਾਂ ਰੁਪਈਆ ਲਾਣਾ ਪੈਂਦਾ ਸੀ, ਉੱਥੇ 50 ਰੁਪਏ 'ਚ ਹੋਈ ਜਾਂਦਾ। ਉੱਥੇ ਇਕੱਲੇ ਸਿੱਖਾਂ ਨੇ ਨਹੀਂ ਪੈਸਾ ਦਿੱਤਾ ਹੈ, ਸਿੱਖਾਂ ਨੇ ਪੈਸੇ ਨੇ ਤਾਂ ਹੋਰ ਧਰਮਾਂ ਦੇ ਲੋਕਾਂ ਨੇ ਵੀ ਪੈਸਾ ਦਿੱਤਾ, ਵਰਲਡ ਲੈਵਲ ਤੇ ਪੈਸਾ ਉਹਨੂੰ ਆਇਆ। ਤੇ ਇਸ ਤਰ੍ਹਾਂ ਇਹ ਮੋਹਰੇ ਹੋ ਕੇ ਕੰਮ ਕਰਨੇ ਵੀ ਬੜੀ ਕੁਰਬਾਨੀ ਦੀ ਗੱਲ ਹੈ। ਨਹੀਂ ਤਾਂ ਲੋਕ ਆਪਣਾ ਪੈਸਾ ਇਕੱਠਾ ਕਰਦੇ ਪਰੇ ਨੂੰ ਹੋ ਜਾਂਦੇ, ਵੀ ਜੋ ਹੁੰਦਾ ਹੋਈ ਜਾਊਗਾ। ਇਸ ਤਰ੍ਹਾਂ ਇਹ ਕੁਰਬਾਨੀ ਵੀ ਬੜੀ ਸਰਸਾ ਦੀ ਵੀ ਆ। ਤੇ ਰਾਜਨੀਤੀ ਦਾ ਫਿਰ ਚਲੋ ਚੱਲਦਾ ਹੀ ਆ ਸਾਰਾ ਕੁਝ, ਅਗਲਾ ਚਾਹੁੰਦਾ ਹੀ ਆ ਵੀ ਮੈਨੂੰ ਮਾਣ ਵਡਿਆਈ ਮਿਲ ਜਾਵੇ ਜਾਂ ਮੈਂ ਲੋਕਾਂ ਲਈ ਇੰਨਾ ਕੁਝ ਕੀਤਾ ਆ। ਚਲੋ ਬਹੁਤ ਸ਼ੁਕਰੀਆ ਜੀ, ਬਹੁਤ ਵਧੀਆ ਜਿਹੜੀਆਂ ਗੱਲਾਂ ਕੀਤੀਆਂ ਭਾਈ ਸਾਹਿਬ ਨੇ। ਤੇ ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਜੀ ਤੁਹਾਡਾ? ਅਮਰਜੀਤ ਸਿੰਘ ਜੀ। ਰਣਜੀਤ ਸਿੰਘ ਜੀ ਆ ਰਹੇ ਨੇ, ਕਿਵੇਂ ਵੇਖਦੇ ਹੋ? ਬਹੁਤ ਖੁਸ਼ੀ ਦੀ ਗੱਲ ਹੈ ਜੀ, ਬੱਚੇ ਨੇ ਕੁਰਬਾਨੀ ਕੀਤੀ ਹੈ ਜੀ, ਬਹੁਤ ਦਾ ਧੰਨਵਾਦ ਕਰਦੇ ਹਾਂ। ਪਿੰਡ ਵਾਸੀਆਂ ਦੇ ਵਿੱਚ ਕਿਵੇਂ ਦਾ ਮਾਹੌਲ ਹੈ? ਉਤਸ਼ਾਹ ਹੈ ਵਿਚਾਰੇ ਪਿੰਡ ਵਿੱਚ, ਕਾਫੀ ਉਤਸ਼ਾਹ ਆ। ਜਦ ਵੀ ਬਹੁਤ ਹੌਸਲਾ ਕੀਤਾ ਪਿੰਡ ਵਾਸੀਆਂ ਨੇ, ਨਾਲ ਕਾਫੀ ਜ਼ੋਰ ਲਾਇਆ, ਉਹਦੇ ਛਡਾਉਣ ਦਾ ਵੀ ਉਪਰਾਲਾ ਕੀਤਾ। ਹੁਣ ਵੀ ਬਹੁਤ ਖੁਸ਼ੀ ਹੈ, ਚੜ੍ਹਦੀ ਕਲਾ 'ਚ ਰਹੇ। ਹਾਂਜੀ। ਸੋ ਪਿਛਲੀ ਵਾਰ ਜਦੋਂ ਮੁਲਾਕਾਤ ਕੀਤੀ ਸੀ ਤੁਸੀਂ ਥੋੜੇ ਭਾਵੁਕ ਹੋ ਗਏ ਸੀਗੇ, ਤੇ ਹੁਣ ਵੀ ਇੱਧਰ ਮੁੰਡੇ ਦੇ ਨਹੀਂ, ਠੀਕ ਹੋ ਤੁਸੀਂ? ਨਹੀਂ ਮੇਰੀ ਸੁਣ, ਠੀਕ ਹੋ? ਬਸ ਠੀਕ ਹੈ ਜੀ। ਤੇ ਕਿਵੇਂ ਵੇਖਦੇ ਹੋ? ਹੁਣ ਤੇ ਜ਼ਮਾਨਤ ਹੋ ਗਈ ਹੈ ਜੀ। ਜਵਾਨ ਤੋਂ ਬਹੁਤ ਖੁਸ਼ੀ ਦੀ ਗੱਲ ਹੋਈ ਜੀ। ਰਾਤ 9 ਵਜੇ ਜਦੋਂ ਬਾਹਰ ਆਏ ਆ, ਹਾਂਜੀ, ਚੁਕਾਰੇ ਛੱਡਦੇ ਸੀਗੇ, ਅਸੀਂ ਵੀ ਟੈਲੀਵਿਜ਼ਨ ਦੇ ਮੂਹਰੇ ਬੈਠੇ ਦੇਖਦੇ ਸੀਗੇ। ਉਹ ਬਹਾਰੇ ਤੋਂ ਕਿੱਥੋਂ ਸਰਾਲੇ ਤੋਂ ਮੈਨੂੰ ਫੋਨ ਆਇਆ, ਅੱਛਾ ਜੀ, ਕਹਿੰਦੇ ਜੀ ਤੂੰ ਕਿੱਦਾਂ ਪਰਿਵਾਰ ਮੂਹਰੇ ਬੈਠਾ ਦੇਖਦਾ? ਮੈਂ ਕਿਹਾ ਹਾਂਜੀ ਹਾਂਜੀ ਦੇਖ ਰਹੇ ਆ ਮੂਹਰੇ ਬੈਠੇ। ਹਾਂਜੀ, ਹੁਣ ਦੂਰ ਦੂਰ ਤੋਂ ਫੋਨ ਆਉਂਦੇ ਜੀ, ਬਾਹਰੋਂ ਵੀ ਬਹੁਤ ਬਾੜ ਤੋਂ ਫੋਨ ਆਉਂਦੇ ਆ। ਉਦੋਂ ਤੇ ਬਹੁਤ ਭਾਵੁਕ ਹੋ ਗਏ ਸੀ ਤੁਸੀਂ, ਪਰ ਅੱਜ ਖੁਸ਼ ਹੋ ਕਿਉਂਕਿ ਚੜ੍ਹਦੀ ਕਲਾ ਦੇ ਵਿੱਚ ਰਣਜੀਤ ਸਿੰਘ ਪੂਰੀ ਜੀ। ਚੜ੍ਹਦੀ ਕਲਾ ਚ ਬਿਲਕੁਲ ਬਿਲਕੁਲ। ਲੇਕਿਨ ਉਦੋਂ ਜਦੋਂ ਅਸੀਂ ਮੁਲਾਕਾਤ ਨੂੰ ਵੀ ਗਏ, ਉਦੋਂ ਵੀ ਸਾਨੂੰ ਉਹਨੇ ਆਪਣੇ ਆਪ ਨੂੰ ਚੜ੍ਹਦੀ ਕਲਾ 'ਚ ਦੱਸਿਆ। ਅੱਛਾ, ਤੁਸੀਂ ਵੀ ਗਏ ਸੀ ਮੁਲਾਕਾਤ ਨੂੰ? ਕੀ ਗੱਲਬਾਤ ਹੋਈ ਸੀ ਉਦੋਂ? ਫਿਰ ਉਹਨੇ ਕਿੰਨੇ ਕੁ ਸਮੇਂ ਦੀ ਮੁਲਾਕਾਤ ਕਰਵਾਈ ਤੁਹਾਡੀ? ਮੁਲਾਕਾਤ ਬਸ ਐਵੇਂ ਟੈਂਪਰੇਰੀ ਹੋਈ ਸੀਗੀ ਜੀ, ਕੋਈ ਖਾਸ ਨਹੀਂ ਸੀ। 1 ਮਿੰਟ ਦਿੱਤਾ? ਹਾਂਜੀ ਹਾਂਜੀ। ਪਰ ਜਿਹੜਾ ਉਹਨਾਂ ਨੇ ਅੱਜ ਦੱਸਿਆ ਕੱਲ, ਹਾਂਜੀ ਵੀ 4 ਦਿਨ ਬਾਅਦ ਵਿੱਚ ਵੀ ਥਾਣੇ ਵਿੱਚ ਜਾ ਕੇ ਮੇਰੇ ਨਾਲ ਬੁਰਾ ਬਰਾਪ ਹੁੰਦਾ ਰਿਹਾ, ਹਾਂਜੀ। ਲੇਕਿਨ ਉਹਨੇ ਸਾਨੂੰ ਉਸ ਵੇਲੇ ਨਹੀਂ ਦੱਸਿਆ ਕਿਸੇ ਨੂੰ। ਉਦੋਂ ਦੱਸਿਆ ਨਹੀਂ ਨਹੀਂ। ਵੀ ਡੋਲਣਗੇ ਹਾਂਜੀ ਕਰਦੇ। ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ। ਹੁਣ ਆਪਣੇ ਘਰ ਆ ਰਿਹਾ। ਹਾਂਜੀ, ਪਿੰਡ ਵਾਸੀ ਤਾਂ ਸਭ ਉਹਨੂੰ ਹੱਥਾਂ ਤੇ ਚੱਕਣ ਨੂੰ ਤਿਆਰ ਹੈ ਜੀ। ਭਾਵੁਕ ਹੋ ਜਾਂਦੇ ਨੇ ਬਜ਼ੁਰਗ। ਸੋ ਹੁਣ ਵੀ ਥੋੜਾ ਇਹਨਾਂ ਨੂੰ ਹੋਇਆ ਹੈ। ਇੱਕ ਬੱਚਾ ਇਹਨਾਂ ਦਾ ਪੋਤਰਾ ਕਹਿ ਲਈਏ ਵੀ, ਪਰ ਜੋ ਰਣਜੀਤ ਸਿੰਘ ਨੇ ਕੀਤਾ ਤਾਂ ਹੁਣ ਉਹ ਪਲ ਭਾਵੁਕ ਵਾਲੇ ਨਹੀਂ ਆ, ਉਹ ਚੜ੍ਹਦੀ ਕਲਾ ਵਾਲੇ ਨੇ। ਜੋ ਰਣਜੀਤ ਸਿੰਘ ਜੀ ਨੇ ਸਿਹਾ, ਉਹ ਤਾਂ ਚਲੋ ਹੁਕਮਰਾਨ ਜੋ ਸਾਡੇ ਨਾਲ ਕਰਦੇ ਆਏ ਨੇ, ਸਿੱਖਾਂ ਦੇ ਨਾਲ ਸ਼ੁਰੂ ਤੋਂ ਹੁੰਦਾ ਰਿਹਾ ਹੈ, ਤਾਂ ਅਸੀਂ ਕੋਈ ਜ਼ਿਆਦਾ ਵਧੀਆ ਉਮੀਦ ਵੀ ਨਹੀਂ ਰੱਖਦੇ। ਪਰ ਵੱਡੀ ਗੱਲ ਇਹ ਹੈ ਬਈ ਤਸ਼ੱਦਦ ਕਰਨ ਵਾਲੇ ਥੱਕ ਜਾਂਦੇ ਨੇ, ਪਰ ਸਿੰਘ ਚੜ੍ਹਦੀ ਕਲਾ 'ਚ ਰਹਿੰਦੇ ਨੇ। ਤੇ ਫਿਰ ਚੜ੍ਹਦੀ ਕਲਾ ਵਾਲੇ ਸਿੰਘ ਜਦੋਂ ਐਵੇਂ ਰਿਹਾ ਹੋ ਕੇ ਬਾਹਰ ਆਉਂਦੇ ਨੇ, ਤਾਂ ਫਿਰ ਗੁਰੂ ਦੇ ਸਿੰਘ ਜੈਕਾਰਿਆਂ ਦੇ ਨਾਲ ਆਪ ਜੈਕਾਰੇ ਲਾਉਂਦੇ ਆਉਂਦੇ ਨੇ, ਹੱਥ ਜੋੜਦੇ ਨਹੀਂ ਆਉਂਦੇ ਵੀ ਅੱਜ ਤੋਂ ਬਾਅਦ ਨਹੀਂ ਜੀ ਮੈਂ ਐਵੇਂ ਕਰੂੰਗਾ, ਜੇਲ੍ਹ ਨਹੀਂ, ਮੈਨੂੰ ਕਿਤੇ ਫੇਰ ਨਾ ਡੱਕ ਲੈਣ। ਪਰ ਜੋ ਕੁਝ ਰਣਜੀਤ ਸਿੰਘ ਨੇ ਬਾਹਰ ਆ ਕੇ ਕੀਤਾ ਹੈ, ਤਾਂ ਉਹ ਸੱਚਮੁੱਚ ਸਾਡੀ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਤੇ ਅਸੀਂ ਇਸ ਗੱਲ ਦੇ ਉੱਤੇ ਠੀਕ ਹੈ ਬਹੁਤ ਚੰਗੀ ਹੈ, ਪਰ ਬਹੁਤ ਹੈਰਾਨ ਨਹੀਂ ਹੁੰਦੇ, ਕਿਉਂਕਿ ਸਾਡਾ ਤਾਂ ਇਤਿਹਾਸ ਹੀ ਅਜਿਹਾ ਹੈ। ਅਸੀਂ ਇਤਿਹਾਸ ਪੜ੍ਹਿਆ ਹੋਇਆ ਹੈ, ਤੇ ਉਸੇ ਇਤਿਹਾਸ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਸੂਰਮਾ ਰਣਜੀਤ ਸਿੰਘ, ਜਿਸ ਦਾ ਹੁਣ ਪਿੰਡ ਕਾਜ਼ਮਪੁਰ ਦੇ ਵੱਲੋਂ ਵੀ ਭਰਪੂਰ ਭਰਮਾ ਸਵਾਗਤ ਕੀਤਾ ਜਾਵੇਗਾ। ਜਿਹੜੀ ਵੀ ਸੰਗਤਾਂ ਨਾਲ ਆਉਣਾ ਚਾਹੁੰਦੀਆਂ ਨੇ ਤਾਂ ਜ਼ਰੂਰ ਆਇਓ। ਤੁਹਾਡਾ ਹਰ ਤਰ੍ਹਾਂ ਦੇ ਨਾਲ ਨਿੱਘਾ ਸਵਾਗਤ ਕਰਨ ਦੇ ਲਈ ਪਿੰਡ ਦੇ ਲੋਕ, ਪਿੰਡ ਦੀ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਲਕਾਂ ਵਿਛਾਈ ਬੈਠੇ ਨੇ। ਸੋ ਜ਼ਰੂਰ ਉਸ ਯੋਧੇ ਦਾ ਸਾਨੂੰ ਮਾਣ ਕਰਨਾ ਚਾਹੀਦਾ ਹੈ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਪਿੰਡ ਕਾਜ਼ਮਪੁਰ।